ਵਪਾਰ ਅਤੇ ਵਣਜ ਇਹ ਦੋ ਸ਼ਬਦ ਤੁਸੀਂ ਅਕਸਰ ਇਹਦੇ ਵਿੱਚ ਬੇਟੇ ਸੁਣੋਗੇ। ਵਪਾਰ ਕੀ ਹੈ? ਵਪਾਰ ਦੈਟ ਇਜ਼ ਟ੍ਰੇਡ ਐਂਡ ਵਣਜ, ਵਣਜ ਦੀ ਇੰਗਲਿਸ਼ ਆਪਾਂ ਕਹਿੰਦੇ ਕਮਰਸ, ਜਿਹਦੀ ਕਿ ਤੁਸੀਂ ਬੇਟੇ ਪੜ੍ਹਾਈ ਕਰ ਰਹੇ ਹੋ। ਇਹ ਇੱਕ ਹੀ ਹੈ, ਇਹਦੇ ਵਿੱਚ ਤੁਸੀਂ ਕਿਹਦੇ ਬਾਰੇ ਪੜ੍ਹਨਾ ਹੈ? ਜਿਹੜਾ ਵਪਾਰ ਹੈ ਇਹ ਸਿਰਫ ਚੀਜ਼ਾਂ ਦੀ ਵੇਚ ਅਤੇ ਖਰੀਦ ਨਾਲ ਸੰਬੰਧਿਤ ਹੁੰਦਾ ਹੈ। ਯਾਨੀ ਜੋ ਵਿਅਕਤੀ ਚੀਜ਼ਾਂ ਦੀ ਵੇਚ ਤੇ ਖਰੀਦ ਕਰਦੇ ਹਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵਪਾਰ ਕਰਦੇ ਹਨ। ਪਰ ਕਾਮਰਸ ਕੀ ਹੈ? ਇਸ ਵਿੱਚੋਂ ਸਾਰੀਆਂ ਕਿਰਿਆਵਾਂ ਸ਼ਾਮਲ ਹਨ ਜਿਹੜੀਆਂ ਕਿ ਉਤਪਾਦਨ ਦੀ ਥਾਂ ਤੋਂ ਲੈ ਕੇ ਉਪਭੋਗਤਾ ਤੱਕ ਚੀਜ਼ਾਂ ਪਹੁੰਚਾਉਣ ਦੇ ਅੰਤਰਗਤ ਆਉਂਦੀਆਂ ਹਨ। ਹੁਣ ਬੇਟੇ ਤੁਸੀਂ ਇਹ ਸੋਚੋ ਵੀ ਤੁਸੀਂ ਫਾਰ ਐਗਜ਼ਾਮਪਲ ਆਪਾਂ ਇੱਕ ਮੋਬਾਈਲ ਖਰੀਦਦੇ ਹਾਂ ਜਿਹੜਾ ਕਿ ਬੰਬੇ ਦੇ ਵਿੱਚ ਬਣਿਆ ਹੈ। ਉਹ ਮੋਬਾਈਲ ਤੁਹਾਡੇ ਹੱਥਾਂ ਤੱਕ ਕਿਵੇਂ ਪਹੁੰਚਦਾ ਹੈ? ਉਸ ਨੂੰ ਪਹੁੰਚਾਉਣ ਵਿੱਚ ਬਹੁਤ ਸਾਰੀਆਂ ਚੀਜ਼ਾਂ ਦਾ ਰੋਲ ਹੁੰਦਾ ਹੈ। ਉਸ ਦੇ ਵਿੱਚ ਆਵਾਜਾਈ ਦਾ ਵੀ ਰੋਲ ਹੁੰਦਾ ਹੈ, ਉਸ ਦੇ ਵਿੱਚ ਬੜੀ ਤਰ੍ਹਾਂ ਦੇ ਵਪਾਰੀਆਂ ਦਾ ਰੋਲ ਵੀ ਹੁੰਦਾ ਹੈ, ਆਵਾਜਾਈ ਦਾ ਵੀ ਰੋਲ ਹੁੰਦਾ ਹੈ, ਬੈਂਕਿੰਗ ਦਾ ਵੀ ਰੋਲ ਹੁੰਦਾ ਹੈ, ਵੇਅਰ ਹਾਊਸਿੰਗ ਦਾ ਵੀ ਰੋਲ ਹੁੰਦਾ ਹੈ, ਐਡਵਰਟਾਈਜ਼ਮੈਂਟ ਦਾ ਵੀ ਰੋਲ ਹੁੰਦਾ ਹੈ, ਬੀਮਾ ਦਾ ਵੀ ਰੋਲ ਹੁੰਦਾ ਹੈ, ਕਮਿਊਨੀਕੇਸ਼ਨ ਦਾ ਵੀ ਰੋਲ ਹੁੰਦਾ ਹੈ। ਇਹ ਸਾਰੀਆਂ ਏਡਸ ਨੇ ਜਿਨ੍ਹਾਂ ਦੇ ਕਰਕੇ ਇੱਕ ਉਤਪਾਦਨ ਦੀ ਥਾਂ ਤੋਂ ਯਾਨੀ ਇੱਕ ਫੈਕਟਰੀ ਤੋਂ ਚੀਜ਼ਾਂ ਉਪਭੋਗਤਾ ਯਾਨੀ ਕਿ ਗ੍ਰਾਹਕ ਤੱਕ, ਤੁਹਾਡੇ ਹੱਥਾਂ ਤੱਕ, ਸਾਡੇ ਹੱਥਾਂ ਤੱਕ ਪਹੁੰਚਦੀਆਂ ਹਨ। ਯਾਨੀ ਉਹ ਸਾਰੀਆਂ ਕਿਰਿਆਵਾਂ ਜਿਹੜੀਆਂ ਕਿ ਉਤਪਾਦਨ ਦੀ ਥਾਂ ਤੋਂ ਉਪਭੋਗਤਾ ਤੱਕ ਚੀਜ਼ਾਂ ਨੂੰ ਪਹੁੰਚਾਉਣ ਦੇ ਅੰਤਰਗਤ ਆਉਂਦੀਆਂ ਹਨ, ਉਹ ਸਾਰੀਆਂ ਕਿਰਿਆਵਾਂ ਨੂੰ ਜਦੋਂ ਵਪਾਰ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਸ ਨੂੰ ਵਣਜ ਕਿਹਾ ਜਾਂਦਾ ਹੈ ਜਾਂ ਕਾਮਰਸ ਕਿਹਾ ਜਾਂਦਾ ਹੈ। ਯਾਨੀ ਟ੍ਰੇਡਸ ਪਲੱਸ ਏਡਸ ਟੂ ਟ੍ਰੇਡਸ ਜਿਹੜੀਆਂ ਕਿ ਵਪਾਰ ਦੀ ਮਦਦ ਕਰਦੀਆਂ ਹਨ, ਜਦੋਂ ਇਹਨਾਂ ਸਾਰਿਆਂ ਨੂੰ ਮਿਲਾ ਲਿਆ ਜਾਂਦਾ ਹੈ ਤਾਂ ਉਹ ਇੱਕ ਕਾਮਰਸ ਜਾਂ ਵਣਜ ਬਣ ਜਾਂਦਾ ਹੈ। ਜ਼ਿਆਦਾਤਰ ਵਣਜ ਨੂੰ ਵਪਾਰ ਹੀ ਸਮਝਿਆ ਜਾਂਦਾ ਹੈ, ਪਰ ਵਪਾਰ ਦਾ ਸੰਬੰਧ ਚੀਜ਼ਾਂ ਦੇ ਵੇਚਣ ਅਤੇ ਖਰੀਦਣ ਨਾਲ ਹੈ, ਜਦਕਿ ਵਣਜ ਵਿੱਚ ਉਹ ਸਾਰੀਆਂ ਕਿਰਿਆਵਾਂ ਜਿਹੜੀਆਂ ਵਪਾਰ ਅਤੇ ਵਪਾਰ ਦੀਆਂ ਸਹਾਇਕ ਕਿਰਿਆਵਾਂ ਹਨ ਉਹ ਸਾਰੀਆਂ ਇਸ ਦੇ ਵਿੱਚ ਵਣਜ ਦੇ ਵਿੱਚ ਆ ਜਾਂਦੀਆਂ ਹਨ। ਵਪਾਰ ਦੇ ਵਿੱਚ ਵਰਤੀਆਂ ਜਾਂਦੀਆਂ ਸਹਾਇਕ ਕਿਰਿਆਵਾਂ ਜਿਵੇਂ ਆਵਾਜਾਈ, ਬੈਂਕਿੰਗ, ਬੀਮਾ, ਭੰਡਾਰਨ, ਵਿਗਿਆਪਨ ਅਤੇ ਦੁਕਾਨਦਾਰੀ, ਜਦੋਂ ਇਹ ਸਾਰੀਆਂ ਸ਼ਾਮਲ ਹੋ ਜਾਂਦੀਆਂ ਹਨ ਤਾਂ ਉਹ ਇੱਕ ਵਣਜ ਦਾ ਰੂਪ ਲੈ ਲੈਂਦੀਆਂ ਹਨ। ਇਹਨਾਂ ਏਜੰਸੀਆਂ ਦੀ ਮਦਦ ਤੋਂ ਬਿਨਾਂ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਦਾ ਕੰਮ ਨਹੀਂ ਹੋ ਸਕਦਾ। ਇਸ ਲਈ ਵੱਖ-ਵੱਖ ਸੰਸਥਾਵਾਂ ਜਿਹੜੀਆਂ ਚੀਜ਼ਾਂ ਨੂੰ ਖਾਸ ਸਹੂਲਤਾਂ ਦੇਣ, ਆਵਾਜਾਈ, ਵਿਗਿਆਪਨ ਆਦਿ ਵਿੱਚ ਸਹਾਇਤਾ ਦਿੰਦੇ ਹਨ ਅਤੇ ਜੋਖਮ ਲੈਂਦੀਆਂ ਹਨ। ਇਹ ਵਣਜ ਸੰਬੰਧੀ ਸਾਰੀਆਂ ਕਿਰਿਆਵਾਂ ਹਨ। ਇਹ ਸਿਰਫ ਵਪਾਰ ਦੀਆਂ ਸਹਾਇਕ ਹੀ ਨਹੀਂ ਹੁੰਦੀਆਂ, ਸਗੋਂ ਵਪਾਰ ਦਾ ਵਿਕਾਸ ਵੀ ਕਰਦੀਆਂ ਹਨ। ਹੁਣ ਅੱਗੇ ਪ੍ਰਸ਼ਨ ਆ ਜਾਂਦਾ ਹੈ, ਵਣਜ ਦੀ ਲੋੜ ਕੀ ਹੈ? ਵਣਜ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਅਤੇ ਵਿਵਰਣ ਵਿੱਚ ਇੱਕ ਬਹੁਤ ਮਹੱਤਵਪੂਰਨ ਸੇਵਾ ਨਿਭਾਉਂਦਾ ਹੈ। ਵਸਤੂਆਂ ਇੱਕ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕੇਵਲ ਪੈਦਾ ਹੀ ਨਹੀਂ ਹੁੰਦੀਆਂ, ਸਗੋਂ ਹੋਰ ਦੇਸ਼ਾਂ ਵਿੱਚ ਵੀ ਪੈਦਾ ਹੁੰਦੀਆਂ ਹਨ। ਉਪਭੋਗਤਾਵਾਂ ਨੂੰ ਆਪਾਂ ਵੇਖੋ ਬਾਹਰੋਂ ਵੀ ਬਹੁਤ ਸਾਰੀਆਂ ਵਸਤੂਆਂ ਮੰਗਾਉਂਦੇ ਹਾਂ ਜਿਹੜੀਆਂ ਆਪਣੇ ਤੱਕ ਪਹੁੰਚਦੀਆਂ ਹਨ, ਤਾਂ ਉਹਨਾਂ ਉਤਪਾਦਕਾਂ ਤੋਂ ਉਪਭੋਗਤਾਵਾਂ ਤੱਕ ਚੀਜ਼ਾਂ ਪਹੁੰਚਾਉਣ ਲਈ ਵਣਜ ਦੀ ਮਦਦ ਨਾਲ ਇਹ ਚੀਜ਼ਾਂ ਉਪਲਬਧ ਕਰਵਾਈਆਂ ਜਾਂਦੀਆਂ ਹਨ। ਇਸ ਨੇ ਖੇਤਰਾਂ ਅਤੇ ਦੇਸ਼ਾਂ ਨੂੰ ਉਹਨਾਂ ਵਸਤੂਆਂ ਦੀ ਪੈਦਾਵਾਰ ਉੱਪਰ ਧਿਆਨ ਕੇਂਦਰਿਤ ਕਰਨ ਦੇ ਯੋਗ ਕੀਤਾ ਹੈ ਜਿਨ੍ਹਾਂ ਲਈ ਉਹ ਮਾਹਰ ਹਨ। ਯਾਨੀ ਉਤਪਾਦਕ ਬਾਜ਼ਾਰੀਕਰਨ ਦੀ ਚਿੰਤਾ ਤੋਂ ਮੁਕਤ ਹਨ। ਉਹ ਆਪਣੀ ਸਾਰਾ ਧਿਆਨ, ਜਿਹੜੇ ਚੀਜ਼ਾਂ ਬਣਾ ਰਹੇ ਨੇ, ਉਹ ਆਪਣਾ ਸਾਰਾ ਧਿਆਨ, ਸਾਰੀ ਊਰਜਾ ਸਿਰਫ ਉਤਪਾਦਨ ਨੂੰ ਵਧਾਉਣ ਲਈ ਵਰਤ ਰਹੇ ਹਨ। ਯਾਨੀ ਵਧੀਆ ਤੋਂ ਵਧੀਆ ਚੀਜ਼ਾਂ ਅਸੀਂ ਬਣਾਈਏ, ਪਰ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕੰਮ ਬਾਕੀ ਜੋ ਇੰਡਸਟਰੀ ਦੇ ਵਿੱਚ ਲੋਕ ਕੰਮ ਕਰ ਰਹੇ ਨੇ, ਕਾਮਰਸ ਇੰਡਸਟਰੀ ਦੇ ਵਿੱਚ ਲੋਕ ਕੰਮ ਕਰ ਰਹੇ ਨੇ, ਵਣਜ ਇਹਨਾਂ ਵਸਤੂਆਂ ਨੂੰ ਭਿੰਨ-ਭਿੰਨ ਸਥਾਨਾਂ 'ਤੇ ਲਿਜਾਉਣ ਦੇ ਲਈ ਮਦਦ ਕਰਦਾ ਹੈ ਅਤੇ ਲੋਕ ਸੰਸਾਰ ਵਿੱਚ ਕਿਤੇ ਵੀ ਉਤਪੰਨ ਵਸਤੂਆਂ ਖਰੀਦਣ ਦੇ ਯੋਗ ਹਨ। ਭਿੰਨ-ਭਿੰਨ ਦੇਸ਼ ਕੁਝ ਵਸਤੂਆਂ ਵਿੱਚ ਮਾਹਰ ਹੋ ਚੁੱਕੇ ਹਨ। ਉਹ ਇਹਨਾਂ ਵਸਤੂਆਂ ਨੂੰ ਹੋਰ ਦੇਸ਼ਾਂ ਨੂੰ ਵੀ ਪੂਰਤੀ ਕਰਦੇ ਹਨ ਅਤੇ ਬਾਹਰ ਵੀ ਆਪਣੀਆਂ ਲੋੜਾਂ ਦੀ ਪੂਰਤੀ ਕਰਦੇ ਹਨ। ਭਿੰਨ-ਭਿੰਨ ਏਜੰਸੀਆਂ
ਅੰਦਰੂਨੀ ਅਤੇ ਬਾਹਰੀ ਵਪਾਰ ਵਿੱਚ ਮਦਦ ਕਰਦੀਆਂ ਹਨ। ਤਾਂ ਵਣਜ ਦਾ ਵਿਕਾਸ ਸਾਰੀ ਤਰ੍ਹਾਂ ਦੇ ਵਿਕਾਸ ਦੀ ਗਤੀ ਵਧਾਉਂਦਾ ਹੈ। ਯਾਨੀ ਵਣਜ ਤੋਂ ਬਿਨਾਂ ਚੀਜ਼ਾਂ ਉਤਪਾਦਕਾਂ ਤੋਂ ਉਪਭੋਗਤਾਵਾਂ ਤੱਕ ਪਹੁੰਚਾਉਣੀਆਂ ਬਹੁਤ ਹੀ ਔਖੀਆਂ ਹਨ। ਵਣਜ ਇਹਦੇ ਵਿੱਚ ਕਾਮਰਸ ਜਿਹੜਾ ਹੈ, ਵਪਾਰ ਅਤੇ ਇਸ ਦੇ ਜਿਹੜੇ ਸਹਾਇਕ ਨੇ ਜਿਨ੍ਹਾਂ ਨੂੰ ਆਪਾਂ ਵਣਜ ਕਹਿੰਦੇ ਹਾਂ, ਉਹ ਇੱਕ ਬਹੁਤ ਹੀ ਵੱਡੀ ਭੂਮਿਕਾ ਨਿਭਾਉਂਦੇ ਹਨ। ਅੱਗੇ ਬੇਟੇ ਆਪਾਂ ਕਰਨ ਲੱਗੇ ਹਾਂ ਕੰਪੋਨੈਂਟਸ ਆਫ ਕਾਮਰਸ। ਕਾਮਰਸ ਦੇ ਕਿਹੜੇ ਕਿਹੜੇ ਹਿੱਸੇ ਨੇ। ਕਾਮਰਸ ਦੇ ਵਿੱਚ ਬੇਟੇ ਪਹਿਲਾਂ ਤਾਂ ਆ ਹੀ ਜਾਂਦਾ ਵਪਾਰ। ਵਪਾਰ ਵੀ ਅੱਗੇ ਬੜੀ ਤਰ੍ਹਾਂ ਦਾ ਹੈ, ਅੰਦਰੂਨੀ ਵਪਾਰ ਤੇ ਬਾਹਰੀ ਵਪਾਰ। ਅੰਦਰੂਨੀ ਵਪਾਰ ਤੋਂ ਮੋਟਾ ਤੁਸੀਂ ਮਤਲਬ ਬੇਟੇ ਇਹ ਲੈਣਾ ਹੈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦਿਮਾਗ ਦੇ ਵਿੱਚ ਇਹ ਗੱਲ ਕਲੀਅਰ ਕਰ ਲਓ। ਅੰਦਰੂਨੀ ਵਪਾਰ ਦਾ ਮਤਲਬ ਜੋ ਵਪਾਰ ਸਿਰਫ ਆਪਣੇ ਦੇਸ਼ ਦੇ ਵਿੱਚ ਹੋ ਰਿਹਾ ਹੈ, ਜੋ ਵਪਾਰ ਆਪਣੇ ਦੇਸ਼ ਦੇ ਅੰਦਰ ਦੇਸ਼ ਦੀਆਂ ਹੱਦਾਂ ਦੇ ਅੰਦਰ ਹੋ ਰਿਹਾ ਹੈ, ਉਸ ਵਪਾਰ ਨੂੰ ਆਪਾਂ ਅੰਦਰੂਨੀ ਵਪਾਰ ਕਹਿੰਦੇ ਹਾਂ। ਤੇ ਬਾਹਰੀ ਵਪਾਰ ਉਹ ਹੈ ਜਿਸ ਦੇ ਵਿੱਚ ਆਪਾਂ ਜਿਹੜੀਆਂ ਕੋਈ ਚੀਜ਼ਾਂ ਆਪਣੇ ਦੇਸ਼ ਚੋਂ ਬਾਹਰ ਜਾ ਰਹੀਆਂ ਨੇ ਜਾਂ ਬਾਹਰਲੇ ਦੇਸ਼ਾਂ ਚੋਂ ਆਪਣੇ ਦੇਸ਼ ਵਿੱਚ ਆ ਰਹੀਆਂ ਨੇ, ਉਸ ਨੂੰ ਆਪਾਂ ਬਾਹਰੀ ਵਪਾਰ ਕਹਿੰਦੇ ਹਾਂ। ਉਹ ਤੁਸੀਂ ਪਹਿਲਾਂ ਵੀ ਪੜ੍ਹਿਆ, ਅੱਗੇ ਵੀ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਹੁਣ ਅੰਦਰੂਨੀ ਵਪਾਰ ਜਿਹੜਾ ਹੈ ਉਹ ਵੀ, ਉਹਦੀਆਂ ਵੀ ਕਈ ਟਾਈਪਸ ਹੁੰਦੀਆਂ ਹਨ। ਉਹ ਹੁਣ ਤੁਸੀਂ ਧਿਆਨ ਨਾਲ ਸੁਣੋ, ਜਿਹੜੇ ਤੁਸੀਂ ਅਕਸਰ ਸੁਣਦੇ ਆ ਰਹੇ ਹੋ। ਸਭ ਤੋਂ ਪਹਿਲਾ ਹੈ ਸਥਾਨਕ ਵਪਾਰ। ਸਥਾਨਕ ਵਪਾਰ ਹੁੰਦਾ ਹੈ ਜਿਵੇਂ ਛੋਟੇ ਛੋਟੇ ਉਤਪਾਦ, ਜਿਵੇਂ ਸਬਜ਼ੀ ਵਾਲੇ, ਦੁੱਧ ਵਾਲੇ, ਦਹੀਂ ਵਾਲੇ, ਪਨੀਰ ਵਾਲੇ, ਇਹ ਲੋਕ ਹੁੰਦੇ ਨੇ ਸਥਾਨਕ ਵਪਾਰੀ। ਜਿਵੇਂ ਛੋਟੇ ਛੋਟੇ ਕਿਸਾਨ ਸਬਜ਼ੀ ਉਗਾ ਕੇ ਆਪਣੇ ਨੇੜੇ ਖੇਤਰ ਦੇ ਵਿੱਚ, ਆਪਣੇ ਨੇੜੇ ਦੇ ਪਿੰਡਾਂ ਵਿੱਚ ਜਾਂ ਨਾਲ ਦੇ ਲੱਗਦੇ ਸ਼ਹਿਰ ਦੇ ਵਿੱਚ ਵੇਚਦੇ ਹਨ, ਤਾਂ ਇਹਨੂੰ ਆਪਾਂ ਸਥਾਨਕ ਵਪਾਰ ਕਹਿੰਦੇ ਹਾਂ। ਜਿਵੇਂ ਆਪਾਂ ਨੇੜੇ ਦੇ ਮੁਰਗੀ ਖਾਨਿਆਂ ਤੋਂ ਆਂਡੇ ਜਿਹੜੇ ਨੇ ਨੇੜੇ ਵੇਚੇ ਜਾਂਦੇ ਹਨ। ਔਰ ਇਸ ਤੋਂ ਇਲਾਵਾ ਮੁਰਗੀ ਪਾਲਣ, ਮੱਛੀ ਪਾਲਣ, ਇਹ ਨੇੜੇ ਦੇ ਖੇਤਰਾਂ ਦੇ ਵਿੱਚ ਜਿਹੜੇ ਕੀਤੇ ਜਾਣ ਵਾਲੇ ਵਪਾਰ ਨੇ। ਦੁੱਧ ਦੀ ਪੈਦਾਵਾਰ, ਦੁੱਧ ਵੀ ਨੇੜੇ ਦੇ ਖੇਤਰਾਂ ਦੇ ਵਿੱਚ ਦੋਧੀਆਂ ਦੁਆਰਾ ਵੇਚਿਆ ਜਾਂਦਾ ਹੈ ਜਾਂ ਦੁਕਾਨਾਂ ਤੇ ਵਿਕਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਬੇਟੇ ਹੋ ਗਈਆਂ ਸਥਾਨਕ ਵਪਾਰ। ਯਾਨੀ ਕਿ ਇੱਕ ਛੋਟੇ ਖੇਤਰ ਦੇ ਵਿੱਚ ਜਿਹੜਾ ਕੋਈ ਵਪਾਰ, ਜਿਸ ਵੀ ਖੇਤਰ ਦੇ ਵਿੱਚ ਕੋਈ ਰਹਿੰਦਾ ਹੈ, ਉਸੇ ਖੇਤਰ ਦੇ ਵਿੱਚ ਉਹ ਵਪਾਰ ਕਰੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਸਥਾਨਕ ਵਪਾਰ। ਇਸ ਤੋਂ ਬਾਅਦ ਆ ਗਿਆ ਬੇਟੇ ਰਾਜ ਵਪਾਰ, ਜਿਹੜਾ ਆਪਣੇ, ਜਿਵੇਂ ਹੁਣ ਆਪਣਾ ਰਾਜ ਪੰਜਾਬ, ਜੇ ਆਪਣੀਆਂ ਬਣਾਈਆਂ ਹੋਈਆਂ ਚੀਜ਼ਾਂ ਜੇ ਆਪਾਂ ਆਪਣੇ ਰਾਜ ਦੇ ਅੰਦਰ ਵੇਚਦੇ ਹਾਂ, ਆਪਣੇ ਪੰਜਾਬ ਦੇ ਅੰਦਰ ਵੇਚਦੇ ਹਾਂ, ਯਾਨੀ ਪੰਜਾਬ ਦੇ ਵਿੱਚ ਜਿਵੇਂ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ ਵੀ ਚਲੀਆਂ ਜਾਣ। ਜਿਵੇਂ ਲੁਧਿਆਣੇ ਤੋਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਖਰੀਦਦੇ ਹਾਂ, ਜਲੰਧਰ ਤੋਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਖਰੀਦਦੇ ਹਾਂ। ਆਪਣੇ ਇੱਥੋਂ ਦੇ ਦੁਕਾਨਦਾਰ ਕੱਪੜਾ, ਜੁੱਤੀਆਂ, ਹੋਰ ਬਹੁਤ ਸਾਰੀਆਂ ਚੀਜ਼ਾਂ ਵੱਡੇ ਸ਼ਹਿਰਾਂ ਦੇ ਵਿੱਚੋਂ ਖਰੀਦ ਕੇ ਆਪਣੀਆਂ ਦੁਕਾਨਾਂ ਤੇ ਲੈ ਆਉਂਦੇ ਹਨ ਔਰ ਉਹਨਾਂ ਤੋਂ ਆਪਾਂ ਖਰੀਦਦੇ ਹਾਂ। ਤਾਂ ਰਾਜ ਦੇ ਵਿੱਚ ਜਿਹੜੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਹਨ, ਉਸ ਨੂੰ ਆਪਾਂ ਪ੍ਰਾਂਤਕ ਵਪਾਰ, ਪ੍ਰੋਵਿੰਸ਼ਲ ਟ੍ਰੇਡ ਜਾਂ ਸਟੇਟ ਟ੍ਰੇਡ ਕਹਿੰਦੇ ਹਾਂ। ਯਾਨੀ ਜੋ ਆਪਣੀਆਂ ਲੋੜਾਂ ਨੇ ਉਹ ਆਪਣੇ ਸਟੇਟ ਦੇ ਵਿੱਚੋਂ ਹੀ ਪੂਰੀਆਂ ਹੋ ਜਾਣ, ਤਾਂ ਉਹ ਜਿਹੜੇ ਵਪਾਰ ਨੇ ਉਹਨੂੰ ਆਪਾਂ ਰਾਜ ਦੇ ਅੰਦਰ ਕੀਤਾ ਜਾਣ ਵਾਲਾ ਜਾਂ ਸਟੇਟ ਟ੍ਰੇਡ ਜਾਂ ਸਟੇਟ ਦਾ, ਰਾਜ ਦਾ ਵਪਾਰ ਕਹਿੰਦੇ ਹਾਂ। ਉਸ ਤੋਂ ਬਾਅਦ ਬੇਟੇ ਆ ਗਿਆ ਅੰਤਰਰਾਜੀ ਵਪਾਰ। ਜਿਵੇਂ ਹੁਣ ਤੁਸੀਂ ਵੇਖੋ, ਉਹ ਵਪਾਰ ਜਿਹੜਾ ਇੱਕ ਰਾਜ ਤੋਂ ਦੂਜੇ ਰਾਜ ਤੱਕ। ਹੁਣ ਵੇਖੋ ਆਪਣੇ ਇੱਥੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਦਿੱਲੀ ਤੋਂ ਆਪਣੇ ਵਪਾਰੀ ਖਰੀਦ ਕੇ ਲਿਆਂਦੇ ਨੇ, ਦੁਕਾਨਾਂ ਵਾਲੇ। ਦੂਜੀਆਂ ਸਟੇਟਾਂ ਤੋਂ ਕੁਝ ਚੀਜ਼ਾਂ ਬੰਬੇ ਤੋਂ ਆਉਂਦੀਆਂ ਨੇ, ਚਾਹ ਅਸਾਮ ਤੋਂ ਆਉਂਦੀ ਹੈ, ਫਰੂਟ ਹਿਮਾਚਲ ਤੋਂ ਆਉਂਦਾ ਹੈ, ਕੁਝ ਸੇਬ ਜੰਮੂ ਕਸ਼ਮੀਰ ਤੋਂ ਆਉਂਦਾ ਹੈ, ਕੁਝ ਚੀਜ਼ਾਂ ਹੋਰ ਸਟੇਟਾਂ 'ਚੋਂ ਆਉਂਦੀਆਂ ਨੇ। ਇਵੇਂ ਆਪਣੀ ਕਣਕ ਅਤੇ ਚਾਵਲ ਹੋਰਨਾਂ ਸਟੇਟਾਂ 'ਚ ਜਾਂਦੇ ਨੇ। ਇਹਨੂੰ ਆਪਾਂ ਕਹਿੰਦੇ ਹਾਂ ਅੰਤਰਰਾਜੀ ਵਪਾਰ। ਇਹ ਸਾਰੇ ਵਪਾਰ ਹੈ ਬੇਟੇ ਆਪਣੇ ਦੇਸ਼ ਦੇ ਅੰਦਰ ਹੀ ਨੇ। ਪਹਿਲਾ ਵਪਾਰ ਹੋ ਗਿਆ ਸਥਾਨਕ ਵਪਾਰ, ਜਿਹੜਾ ਆਪਣੇ ਹੋ ਗਿਆ, ਸਿਰਫ ਆਪਣੇ ਨੇੜੇ ਦੇ, ਜਿਵੇਂ ਮੰਨ ਲਓ ਜਲਾਲਾਬਾਦ ਦੇ ਖੇਤਰ ਵਿੱਚ ਹੀ ਹੋ ਜਾਂਦਾ, ਤਾਂ ਉਹ ਹੋ ਗਿਆ ਸਥਾਨਕ ਵਪਾਰ। ਜਿਹੜਾ ਆਪਣੇ ਪੂਰੇ ਪੰਜਾਬ ਸਟੇਟ 'ਚ ਫੈਲ ਗਿਆ ਉਹ ਹੋ ਗਿਆ ਰਾਜ ਵਪਾਰ। ਔਰ ਜਿਹੜਾ ਆਪਣੇ ਪੂਰੇ ਦੇਸ਼ ਦੇ ਵਿੱਚ ਫੈਲ ਗਿਆ, ਯਾਨੀ ਇੱਕ ਰਾਜ ਤੋਂ ਦੂਜੇ ਰਾਜ ਤੱਕ, ਉਹ ਹੋ ਗਿਆ ਬੇਟੇ ਅੰਤਰਰਾਜੀ ਵਪਾਰ। ਇਹ ਤਿੰਨ ਤਰ੍ਹਾਂ ਦੇ ਵਪਾਰ ਹੋ ਗਏ। ਇਸ ਤੋਂ ਬਾਅਦ ਬੇਟੇ ਅਕਸਰ ਬੱਚਿਆਂ ਨੂੰ ਨਹੀਂ ਪਤਾ ਲੱਗਦਾ, ਥੋਕ ਵਪਾਰੀ ਤੇ ਪਰਚੂਨ ਵਪਾਰੀ। ਥੋਕ ਵਪਾਰੀ ਉਹ ਹੁੰਦੇ ਹਨ ਜਿਹੜੇ ਇਕੱਠਾ ਮਾਲ ਕੰਪਨੀਆਂ ਤੋਂ ਖਰੀਦਦੇ ਹਨ ਔਰ ਫਿਰ ਦੁਕਾਨਾਂ ਵਾਲਿਆਂ ਨੂੰ ਵੇਚਦੇ ਹਨ। ਜਿਹੜੇ ਇਕੱਠਾ ਮਾਲ ਵੱਡੀ ਮਾਤਰਾ ਦੇ ਵਿੱਚ ਖਰੀਦ ਕਰਦੇ ਹਨ ਔਰ
ਵਪਾਰੀਆਂ ਨੂੰ ਅਕਸਰ ਹੀ ਇੱਕ ਤਰ੍ਹਾਂ ਦਾ ਹੀ, ਜਿਵੇਂ ਮੰਨ ਲਓ ਉਹ ਹੁਣ ਤੁਸੀਂ ਵੇਖਿਆ ਹੋਊਗਾ ਪਰਚੂਨ ਵਪਾਰੀ ਉਹ ਹੁੰਦੇ ਹਨ ਜਿਹੜੇ ਆਪਾਂ ਆਮ ਤੌਰ ਤੇ ਆਪਣੇ ਛੋਟੇ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਵਪਾਰੀ ਪਰਚੂਨ ਦੇ ਹੀ ਹੁੰਦੇ ਹਨ। ਪਰਚੂਨ ਦੇ ਵਪਾਰੀਆਂ ਨੂੰ ਆਪਾਂ ਰਿਟੇਲਰਸ ਵੀ ਕਹਿੰਦੇ ਹਾਂ, ਔਰ ਥੋਕ ਦੇ ਵਪਾਰੀਆਂ ਨੂੰ ਆਪਾਂ ਹੋਲਸੇਲਰਸ ਕਹਿੰਦੇ ਹਾਂ। ਹੋਲਸੇਲਰਸ ਦਾ ਮਤਲਬ ਜਿਹੜੇ ਕਿ ਇਕੱਠਾ ਮਾਲ ਰੱਖਦੇ ਹਨ, ਕੰਪਨੀਆਂ ਤੋਂ ਇਕੱਠਾ ਖਰੀਦਦੇ ਹਨ ਔਰ ਦੁਕਾਨਾਂ ਵਾਲਿਆਂ ਨੂੰ ਵੇਚਦੇ ਹਨ। ਜਿਹੜੇ ਦੁਕਾਨਾਂ ਵਾਲੇ ਨੇ ਉਹ ਅਲੱਗ-ਅਲੱਗ ਦੁਕਾਨਾਂ ਤੋਂ ਮਾਲ ਇਕੱਠਾ ਕਰਦੇ ਹਨ ਔਰ ਆਪਣੀ ਦੁਕਾਨ ਤੇ ਰੱਖਦੇ ਹਨ ਔਰ ਤਰ੍ਹਾਂ ਤਰ੍ਹਾਂ ਦੀਆਂ ਵੈਰਾਈਟੀ ਦੀਆਂ ਚੀਜ਼ਾਂ ਰੱਖਦੇ ਹਨ ਜਿਨ੍ਹਾਂ ਤੋਂ ਆਪਾਂ ਸਮਾਨ ਖਰੀਦਦੇ ਹਾਂ। ਉਹ ਸਾਰੇ ਰਿਟੇਲ ਦੇ ਵਪਾਰੀ ਹੁੰਦੇ ਹਨ ਜਿਨ੍ਹਾਂ ਦੇ ਕੋਲੋਂ ਤੁਸੀਂ ਥੋੜੀ ਮਾਤਰਾ ਦੇ ਵਿੱਚ ਜਾ ਕੇ ਵੀ ਚੀਜ਼ ਖਰੀਦ ਸਕਦੇ ਹੋ। ਮੰਨ ਲਓ ਫਾਰ ਐਗਜ਼ਾਮਪਲ ਇੱਕ ਮੋਬਾਈਲਾਂ ਦੀ ਦੁਕਾਨ ਤੇ ਆਪਾਂ ਜਲਾਲਾਬਾਦ ਗਏ ਤਾਂ ਉਹ ਇੱਕ ਰਿਟੇਲਰ ਹੈ ਜਿੰਦੇ ਕੋਲੋਂ ਤੁਹਾਨੂੰ 20 ਕੰਪਨੀਆਂ ਦੇ ਜਾਂ 30 ਕੰਪਨੀਆਂ ਦੇ ਮੋਬਾਈਲਸ ਮਿਲ ਜਾਣਗੇ। ਤੁਸੀਂ ਇੱਕ ਪੀਸ ਮੋਬਾਈਲ ਦਾ ਲੈਣਾ ਹੈ ਜਾਂ ਇੱਕ ਸਿਮ ਲੈਣਾ ਹੈ ਜਾਂ ਇੱਕ ਕਵਰ ਪਵਾਉਣਾ ਹੈ ਜਾਂ ਕੋਈ ਤਾਰ ਲੈਣੀ ਹੈ, ਉਹ ਤੁਸੀਂ ਲੈ ਸਕਦੇ ਹੋ। ਤਾਂ ਉਹ ਜਿਹੜਾ ਵਪਾਰੀ ਹੈ ਜਾਂ ਉਹ ਜਿਹੜਾ ਟਰੇਡਰ ਹੈ, ਉਹ ਜਿਹੜਾ ਟਰੇਡ ਕਰ ਰਿਹਾ ਹੈ, ਉਹ ਇੱਕ ਰਿਟੇਲਰ ਹੈ ਜਿਹਨੂੰ ਆਪਾਂ ਪਰਚੂਨ ਦਾ ਵਪਾਰੀ ਕਹਾਂਗੇ। ਜਦ ਕਿ ਜਿਨ੍ਹਾਂ ਤੋਂ ਇਹ ਮਾਲ ਲੈ ਕੇ ਆਉਂਦੇ ਹਨ, ਜਿਵੇਂ ਇਹ ਮਾਲ ਕਿੱਥੋਂ ਲੈ ਕੇ ਆਉਂਦੇ ਹਨ? ਹੋਲਸੇਲਰ ਤੋਂ। ਜਿਵੇਂ ਮੰਨ ਲਓ ਇਹਨਾਂ ਨੇ ਸੈਮਸੰਗ ਕੰਪਨੀ ਦੇ, ਮੰਨ ਲਓ ਇਹਨਾਂ ਨੂੰ ਮੋਬਾਈਲ ਇਹਨਾਂ ਲੈਣੇ ਨੇ, ਸੈਮਸੰਗ ਕੰਪਨੀ ਦੇ ਸੈਮਸੰਗ ਵਾਲੇ ਹੋਲਸੇਲਰ ਤੋਂ ਲੈਣਗੇ, ਓਪੋ ਵਾਲੇ ਹੋਲਸੇਲਰ ਤੋਂ ਲੈਣਗੇ, ਵੀਵੋ ਵਾਲੇ ਹੋਲਸੇਲਰ ਤੋਂ ਲੈਣਗੇ। ਤਾਂ ਇਹਨਾਂ ਨੂੰ ਇੱਕ ਮੋਬਾਈਲ ਨਹੀਂ ਉੱਥੋਂ ਮਿਲੇਗਾ, ਇਹਨਾਂ ਨੂੰ 5 4 7 ਮੋਬਾਈਲ ਇਕੱਠੇ ਜਾਂ 10 ਮੋਬਾਈਲ ਇਕੱਠੇ ਲੈਣੇ ਪੈਣਗੇ। ਜਿਹੜੇ ਹੋਲਸੇਲਰ ਹੁੰਦੇ ਨੇ ਉਹ ਇੱਕ ਇੱਕ ਚੀਜ਼ ਨਹੀਂ ਵੇਚਦੇ, ਉਹ 10 12 15 20 ਚੀਜ਼ਾਂ ਜਾਂ 50 ਚੀਜ਼ਾਂ ਇਕੱਠੀਆਂ ਵੇਚਦੇ ਹਨ। ਜਿਵੇਂ ਕੱਪੜੇ ਵਾਲੇ ਨੇ, ਕੱਪੜੇ ਵਾਲੀਆਂ ਦੁਕਾਨਾਂ ਤੇ ਜਾ ਕੇ, ਮੰਨ ਲਓ ਹੋਲਸੇਲਰ ਕਿੱਥੇ ਬੈਠੇ ਹਨ? ਕੱਪੜੇ ਵਾਲੇ ਬਠਿੰਡੇ ਬੈਠੇ ਹਨ। ਬਠਿੰਡੇ ਕੱਪੜੇ ਵਾਲੇ ਆਪਣੀ ਸ਼ਹਿਰਾਂ ਵਾਲੇ ਜਾ ਕੇ ਕੱਪੜਾ ਉੱਥੋਂ ਖਰੀਦ ਕੇ ਲੈ ਕੇ ਆਉਂਦੇ ਹਨ। ਤਾਂ ਹੋਲਸੇਲਰਸ ਦੇ ਕੋਲੋਂ ਜਦੋਂ ਕੱਪੜਾ ਲੈ ਕੇ ਆਉਂਦੇ ਹਨ ਤਾਂ ਉਹ ਸਾਰੇ ਰੰਗਾਂ ਸਾਰੇ ਡਿਜ਼ਾਈਨਾਂ ਦੇ ਇਹਨਾਂ ਨੂੰ ਇਕੱਠੇ ਕੱਪੜੇ ਦਿੰਦੇ ਹਨ, ਨਾ ਕਿ ਇੱਕ ਇੱਕ ਡਿਜ਼ਾਈਨ। ਜਿਵੇਂ ਆਪਾਂ ਤਾਂ ਇੱਕ ਸੂਟ ਵੀ ਲੈਣਾ ਹੋਵੇ ਤਾਂ ਆਪਾਂ ਰਿਟੇਲਰ ਕੋਲੋਂ ਜਾ ਕੇ ਲੈ ਸਕਦੇ ਹਾਂ, ਪਰ ਜਦੋਂ ਇਹ ਲੈਣ ਜਾਂਦੇ ਹਨ ਤਾਂ ਇਹਨਾਂ ਨੂੰ ਜੇ ਇੱਕ ਡਿਜ਼ਾਈਨ ਦੇ ਅੱਗੇ 6 ਰੰਗ ਹਨ ਤਾਂ ਇਹਨਾਂ ਨੂੰ 6 ਦੇ 6 ਰੰਗ ਖਰੀਦਣੇ ਪੈਂਦੇ ਹਨ, ਤਾਂ ਹੀ ਇਹਨਾਂ ਨੂੰ ਹੋਲਸੇਲਰ। ਕਿਉਂਕਿ ਹੋਲਸੇਲਰ ਇੱਕ ਇੱਕ ਚੀਜ਼ ਨਹੀਂ ਵੇਚਦੇ, ਹੋਲਸੇਲਰ 20 30 50 ਹਜ਼ਾਰ ਦਾ ਮਾਲ ਇਕੱਠਾ ਹੀ ਵੇਚਦੇ ਹਨ। ਨਾ ਹੀ ਉਹਨਾਂ ਨੇ ਰਿਟੇਲਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਮਿਹਨਤ ਕਰਕੇ ਤੁਹਾਨੂੰ ਕਨਵਿੰਸ ਕਰਦਾ ਹੈ, ਕਨਵਿੰਸ ਕਰਕੇ ਮਾਲ ਵੇਚਦਾ ਹੈ। ਤੁਸੀਂ ਇੱਕ ਇੱਕ ਚੀਜ਼ ਵੀ ਜਾ ਕੇ ਉਹਦੇ ਤੋਂ ਖਰੀਦ ਸਕਦੇ ਹੋ। ਹੋਲਸੇਲਰ ਉਹ ਹੁੰਦਾ ਹੈ ਜਿਨ੍ਹਾਂ ਨੇ ਜ਼ਿਆਦਾ ਪੈਸੇ ਲਗਾਏ ਹੁੰਦੇ ਹਨ ਔਰ ਉਹਨਾਂ ਨੇ ਇਕੱਠਾ ਮਾਲ ਸਟਾਕ ਕੀਤਾ ਹੁੰਦਾ ਹੈ। ਤੇ ਰਿਟੇਲਰ ਜਿਹੜੇ ਹੁੰਦੇ ਹਨ ਉਹਨਾਂ ਨੇ ਆਮ ਤੌਰ ਤੇ ਪਿੰਡਾਂ ਦੇ ਵਿੱਚ ਤੁਸੀਂ ਜੇ ਜਾਓ ਤਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਲੋਕ ਰਿਟੇਲਰਸ, ਸਾਰੀਆਂ ਪਿੰਡਾਂ ਦੇ ਵਿੱਚ ਦੁਕਾਨਾਂ ਆਮ ਤੌਰ ਤੇ ਰਿਟੇਲ ਦੀਆਂ ਦੁਕਾਨਾਂ ਹੀ, ਪਰਚੂਨ ਦੀਆਂ ਦੁਕਾਨਾਂ ਹੀ ਹੁੰਦੀਆਂ ਹਨ। ਆਪਾਂ 2 ਰੁਪਏ ਤੋਂ ਲੈ ਕੇ 20 30 40 50 100 ਰੁਪਏ ਤੱਕ ਜਿੰਨੇ ਮਰਜ਼ੀ ਆਪਣੀ ਮਨ ਕਰੇ ਉਹਨੇ ਦੀ ਆਪਾਂ ਚੀਜ਼ ਕੋਈ ਵੀ ਖਰੀਦ ਸਕਦੇ ਹਾਂ। ਤਾਂ ਇਹ ਬੇਟੇ ਫਰਕ ਹੈ ਇਹਨਾਂ ਦੇ ਵਿੱਚ। ਅੱਗੇ ਆ ਗਿਆ, ਇਹ ਸਾਰੇ ਵਪਾਰ ਕਿਹੜੇ ਨੇ ਬੇਟੇ? ਅੰਦਰੂਨੀ ਵਪਾਰ ਨੇ। ਇਸ ਤੋਂ ਅੱਗੇ ਆ ਗਿਆ ਬੇਟੇ ਬਾਹਰੀ ਵਪਾਰ। ਬਾਹਰੀ ਵਪਾਰ ਜਿਹੜਾ ਹੁੰਦਾ ਹੈ ਇਹ ਤੁਸੀਂ ਛੋਟੇ ਹੁੰਦਿਆਂ ਤੋਂ ਪੜ੍ਹਦੇ ਆਉਂਦੇ ਹੋ, ਆਯਾਤ ਵਪਾਰ ਔਰ ਨਿਰਯਾਤ ਵਪਾਰ। ਆਯਾਤ ਵਪਾਰ ਹੁੰਦਾ ਹੈ ਜਦੋਂ ਆਪਾਂ ਵਿਦੇਸ਼ਾਂ ਤੋਂ ਬਹੁਤ ਸਾਰੀਆਂ ਵਸਤੂਆਂ ਖਰੀਦਦੇ ਹਾਂ। ਆਪਾਂ ਜਿਵੇਂ ਹੁਣ ਤੁਸੀਂ ਦੇਖੋ ਚਾਈਨਾ ਤੋਂ, ਹੋਰ ਬਾਹਰਲੇ ਦੇਸ਼ਾਂ ਤੋਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਦੇਸ਼ ਦੇ ਵਿੱਚ ਵਰਤੋਂ ਲਈ ਖਰੀਦੀਆਂ ਜਾ ਰਹੀਆਂ ਹਨ। ਜ਼ਿਆਦਾ ਮਾਲ ਤਾਂ ਚਾਈਨਾ ਤੋਂ ਹੀ ਆਉਂਦਾ ਹੈ। ਤਾਂ ਚਾਈਨਾ ਤੋਂ ਆਪਣਾ ਦੇਸ਼ ਆਯਾਤ ਕਰ ਰਿਹਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਆਯਾਤ ਕਰਨਾ। ਇੰਗਲਿਸ਼ ਦੇ ਵਿੱਚ ਉਹਨੂੰ ਬੇਟੇ ਕਹਿੰਦੇ ਆ ਇੰਪੋਰਟ ਕਰਨਾ, ਇੰਪੋਰਟ ਟ੍ਰੇਡ। ਤਾਂ ਬਹੁਤ ਸਾਰੀਆਂ ਚੀਜ਼ਾਂ ਆਪਣਾ ਦੇਸ਼ ਵੀ ਬਾਹਰਲੇ ਦੇਸ਼ਾਂ ਨੂੰ ਭੇਜ ਰਿਹਾ ਹੈ, ਜਿਵੇਂ ਕਣਕ ਭੇਜ ਰਿਹਾ ਹੈ, ਚਾਵਲ ਭੇਜ ਰਿਹਾ ਹੈ, ਲੋਹਾ ਭੇਜ ਰਿਹਾ ਹੈ, ਸੋਨਾ ਭੇਜ ਰਿਹਾ ਹੈ। ਬਹੁਤ ਸਾਰੀਆਂ ਚੀਜ਼ਾਂ ਆਪਣੇ ਦੇਸ਼ ਤੋਂ ਵੀ ਬਾਹਰਲੇ ਦੇਸ਼ਾਂ ਦੇ ਵਿੱਚ, ਕੱਚਾ ਮਾਲ, ਕਈ ਤਰ੍ਹਾਂ ਦੇ ਕੱਚਾ ਮਾਲ, ਕਈ ਤਰ੍ਹਾਂ ਦੇ ਕੈਮੀਕਲਸ, ਕੱਪੜਾ, ਚਾਹ ਪੱਤੀ, ਮਸਾਲੇ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਨ, ਮੈਡੀਸਨ, ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹਨ ਜਿਹੜੀਆਂ ਆਪਣੇ ਦੇਸ਼ 'ਚ ਬਣਦੀਆਂ ਹਨ। ਹੁਣ ਜਿਵੇਂ ਕੋਵਿਡ ਦਾ ਦੌਰ ਚੱਲਿਆ ਤਾਂ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੀਆਂ, ਈਵਨ ਅਮਰੀਕਾ ਦੇ ਵਿੱਚ ਵੀ ਆਪਣੇ ਦੇਸ਼ ਨੇ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਕੈਮੀਕਲਸ ਤੋਂ ਦਵਾਈਆਂ ਬਣਾ ਕੇ ਬਾਹਰਲੇ ਦੇਸ਼ਾਂ ਨੂੰ ਭੇਜੀਆਂ ਹਨ। ਤਾਂ ਇੰਪੋਰਟ, ਇਹਨੂੰ ਆਪਾਂ ਕਹਿੰਦੇ ਐਕਸਪੋਰਟ ਕਰਨਾ, ਯਾਨੀ ਬਾਹਰ ਚੀਜ਼ਾਂ ਨੂੰ ਭੇਜਣਾ।
ਜਦੋਂ ਆਪਾਂ ਬਾਹਰੋਂ ਮੰਗਵਾਉਂਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਆ ਇੰਪੋਰਟ ਕਰਨਾ। ਯਾਨੀ ਆਪਾਂ ਕੋਈ ਵੀ ਚੀਜ਼ ਬਾਹਰੋਂ ਮੰਗਾਉਂਦੇ ਹਾਂ ਤਾਂ ਆਪਾਂ ਕਹਿੰਦੇ ਹਾਂ ਇਹ ਇੰਪੋਰਟਡ ਹੈ। ਇੰਪੋਰਟਡ ਦਾ ਮਤਲਬ ਬਾਹਰ ਦੇ ਦੇਸ਼ ਦੀ ਹੈ, ਸਾਡੇ ਦੇਸ਼ 'ਚ ਨਹੀਂ ਬਣੀ ਹੈ। ਤਾਂ ਜਦੋਂ ਆਪਾਂ ਬਾਹਰ ਭੇਜਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਆ ਐਕਸਪੋਰਟ ਕਰਨਾ ਜਾਂ ਨਿਰਯਾਤ ਕਰਨਾ। ਇਸ ਤੋਂ ਬਾਅਦ ਬੇਟੇ ਇੱਕ ਹੋਰ ਟਰਮ ਆਉਂਦੀ ਹੈ ਪੁਨਰ ਨਿਰਯਾਤ। ਯਾਨੀ ਇੱਕ ਦੇਸ਼ 'ਚੋਂ ਚੀਜ਼ ਮੰਗਾਣੀ, ਫਿਰ ਉਹਦੇ 'ਤੇ ਥੋੜ੍ਹਾ ਕੰਮ ਕਰਨਾ ਔਰ ਫਿਰ ਦੂਜੇ ਦੇਸ਼ ਦੇ ਵਿੱਚ ਭੇਜ ਦੇਣੀ, ਆਪਣੇ ਦੇਸ਼ 'ਚ ਨਾ ਵੇਚਣੀ। ਜਿਵੇਂ ਫਾਰ ਐਗਜ਼ਾਮਪਲ ਪਾਕਿਸਤਾਨ ਐਵੇਂ ਕਰਦਾ ਹੈ ਵੀ ਪਾਕਿਸਤਾਨ ਨੇ ਆਪਣੇ ਦੇਸ਼ ਤੋਂ ਕੋਈ ਚੀਜ਼ ਮੰਗਾਈ ਔਰ ਅੱਗੇ ਹੋਰ ਕਿਸੇ ਦੇਸ਼ ਨੂੰ ਉਹਨੂੰ ਹੋਰ ਥੋੜ੍ਹਾ ਜਿਹਾ ਸੋਹਣਾ ਕਰਕੇ, ਮੰਨ ਲਓ ਫਰਨੀਚਰ ਆਪਣੇ ਦੇਸ਼ 'ਚੋਂ ਮੰਗਾਇਆ, ਢਾਂਚੇ ਮੰਗਾ ਲਏ ਆਪਣੇ ਦੇਸ਼ 'ਚੋਂ ਔਰ ਢਾਂਚਿਆਂ ਨੂੰ ਫਿਰ ਬਹੁਤ ਵਧੀਆ ਫਰਨੀਚਰ ਦੇ ਵਿੱਚ ਬਦਲ ਕੇ ਉਹਨੂੰ ਦੂਜੇ ਦੇਸ਼ ਵਿੱਚ ਵੇਚ ਦੇਵੇ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਪੁਨਰ ਨਿਰਯਾਤ। ਯਾਨੀ ਪਹਿਲੇ ਆਯਾਤ ਕਰਨਾ, ਫਿਰ ਉਸ ਤੋਂ ਬਾਅਦ ਨਿਰਯਾਤ ਕਰ ਦੇਣਾ, ਤਾਂ ਇਹਨੂੰ ਆਪਾਂ ਕਹਿੰਦੇ ਹਾਂ ਬੇਟੇ ਪੁਨਰ ਨਿਰਯਾਤ। ਇਹ ਤਾਂ ਬੇਟੇ ਸਾਰੇ ਆ ਗਏ ਵਪਾਰ ਦੀਆਂ ਟਾਈਪਸ ਆ ਗਈਆਂ, ਜਿਹਦੇ ਵਿੱਚ ਤੁਸੀਂ ਸਾਰੀਆਂ ਪੜ੍ਹ ਲਈਆਂ। ਪਹਿਲੇ ਪੜ੍ਹਿਆ ਆਪਾਂ ਲੋਕਲ ਟ੍ਰੇਡ, ਫਿਰ ਸਟੇਟ ਟ੍ਰੇਡ, ਫਿਰ ਇੰਟਰਸਟੇਟ ਟ੍ਰੇਡ, ਉਸ ਤੋਂ ਬਾਅਦ ਹੋਲਸੇਲ ਟ੍ਰੇਡ ਔਰ ਉਸ ਤੋਂ ਬਾਅਦ ਰਿਟੇਲ ਟ੍ਰੇਡ, ਤੇ ਉਸ ਤੋਂ ਬਾਅਦ ਆਪਾਂ ਪੜ੍ਹਿਆ ਐਕਸਟਰਨਲ ਟ੍ਰੇਡ, ਦੈਟ ਇਜ਼ ਜੋ ਬਾਹਰਲੇ ਦੇਸ਼ਾਂ ਦੇ ਨਾਲ ਸਾਡੇ ਦੇਸ਼ ਕਰਦਾ ਹੈ, ਉਹਨੂੰ ਆਪਾਂ ਕਹਿੰਦੇ ਆ ਐਕਸਟਰਨਲ ਟ੍ਰੇਡ। ਉਹਦੀਆਂ 3 ਟਾਈਪਸ ਨੇ, ਇੰਪੋਰਟ ਟ੍ਰੇਡ, ਐਕਸਪੋਰਟ ਟ੍ਰੇਡ ਔਰ ਐਂਟਰਪੋਰਟ ਟ੍ਰੇਡ। ਇਹ 3 ਟ੍ਰੇਡ ਆਪਾਂ ਕੀਤੇ। ਉਸ ਤੋਂ ਬਾਅਦ ਬੇਟੇ ਉਹ ਧੰਦੇ ਜਿਹੜੇ ਕਿ ਇਹਨਾਂ ਸਾਰੇ ਬਿਜ਼ਨਸਿਸ ਨੂੰ ਕਰਨ ਦੇ ਵਿੱਚ ਮਦਦ ਕਰਦੇ ਹਨ, ਉਹਨਾਂ ਨੂੰ ਆਪਾਂ ਵਪਾਰ ਦੇ ਸਹਾਇਕ ਕਹਿੰਦੇ ਹਾਂ। ਹੁਣ ਤੁਹਾਨੂੰ ਵੀ ਇਸ ਗੱਲ ਦਾ ਭਲੀ ਭਾਂਤ ਜਾਣੂ ਹੋ ਤੁਸੀਂ ਵੀ ਉਤਪਾਦਕ ਯਾਨੀ ਫੈਕਟਰੀਆਂ ਤੋਂ ਚੀਜ਼ਾਂ ਨੂੰ ਗ੍ਰਾਹਕਾਂ ਤੱਕ ਪਹੁੰਚਾਉਣ ਲਈ ਆਵਾਜਾਈ ਦੀ ਲੋੜ ਪੈਂਦੀ ਹੈ। ਤਾਂ ਆਵਾਜਾਈ ਵੀ ਇੱਕ ਉਦਯੋਗ ਹੈ, ਇੱਕ ਬਿਜ਼ਨਸ ਹੈ। ਯਾਨੀ ਆਵਾਜਾਈ ਕਿਹਨਾਂ ਤੇ ਹੋ ਸਕਦੀ? ਜੇ ਬਾਹਰਲੇ ਦੇਸ਼ਾਂ 'ਚੋਂ ਮਾਲ ਆਵੇ ਤਾਂ ਸਮੁੰਦਰੀ ਜਹਾਜ਼ਾਂ ਰਾਹੀਂ ਆਏਗਾ। ਆਵਾਜਾਈ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਹੋ ਸਕਦੀ? ਸਮੁੰਦਰੀ ਜਹਾਜ਼ਾਂ ਰਾਹੀਂ ਹੋ ਸਕਦੀ ਹੈ, ਹਵਾਈ ਜਹਾਜ਼ਾਂ ਰਾਹੀਂ ਹੋ ਸਕਦੀ ਹੈ, ਟ੍ਰੇਨਾਂ ਰਾਹੀਂ ਹੋ ਸਕਦੀ ਹੈ, ਕੈਂਟਰਾਂ ਰਾਹੀਂ ਹੋ ਸਕਦੀ ਹੈ, ਟਰੱਕਾਂ ਰਾਹੀਂ ਹੋ ਸਕਦੀ ਹੈ, ਬੱਸਾਂ 'ਤੇ ਵੀ ਮਾਲ ਆਉਂਦਾ ਹੈ, ਛੋਟੇ ਛੋਟੇ ਵਹੀਕਲਾਂ 'ਤੇ ਵੀ ਮਾਲ ਆਉਂਦਾ ਹੈ। ਔਰ ਅੱਗੇ ਛੋਟੇ ਸ਼ਹਿਰਾਂ ਦੇ ਵਿੱਚ ਵੀ, ਅੱਗੇ ਛੋਟੇ ਸ਼ਹਿਰਾਂ ਤੋਂ ਪਿੰਡਾਂ ਤੱਕ ਮਾਲ ਪਹੁੰਚਾਉਣ ਵਾਸਤੇ ਅੱਜ ਕੱਲ੍ਹ ਕਾਰਾਂ 'ਤੇ, ਛੋਟੇ ਟੈਂਪੂਆਂ 'ਤੇ, ਇਹ ਸਾਰੇ ਆਵਾਜਾਈ ਦੇ ਸਾਧਨ। ਵੇਖੋ ਬਹੁਤ ਸਾਰੇ ਲੋਕ ਇਸ ਧੰਦੇ ਦੇ ਵਿੱਚ ਲੱਗੇ ਹੋਏ ਹਨ ਜਿਹੜੇ ਕਿ ਵਪਾਰ ਦੀ ਮਦਦ ਕਰਦੇ ਹਨ। ਤਾਂ ਇਹ ਸਹਿਯੋਗੀ ਧੰਦੇ ਹਨ, ਇਹ ਸਹਿਯੋਗੀ ਟ੍ਰੇਡ ਹਨ ਜਿਹੜੇ ਕਿ ਵਪਾਰਾਂ ਨੂੰ ਬਹੁਤ ਵਧੀਆ ਚਲਾਉਣ ਦੇ ਵਿੱਚ ਮਦਦ ਕਰਦੇ ਹਨ। ਤਾਂ ਆਵਾਜਾਈ ਇੱਕ ਬਹੁਤ ਵਧੀਆ ਟ੍ਰੇਡ ਹੈ। ਉਸ ਤੋਂ ਬਾਅਦ ਆ ਗਿਆ ਬੇਟੇ ਬੈਂਕਿੰਗ। ਹੁਣ ਬੈਂਕਿੰਗ ਤੁਹਾਨੂੰ ਪਤਾ ਹੈ ਪੈਸੇ ਦਾ ਸਾਰਾ ਲੈਣ ਦੇਣ ਬੈਂਕਾਂ ਦੇ ਰਾਹੀਂ ਹੁੰਦਾ ਹੈ। ਬੈਂਕ ਜਿਹੜੇ ਨੇ ਜਿੰਨੀ ਤਰ੍ਹਾਂ ਦੇ ਵੀ ਆਪਣੇ ਦੇਸ਼ ਦੇ ਵਿੱਚ ਵਪਾਰ ਚੱਲਦੇ ਨੇ, ਬੈਂਕ ਸਾਰੇ ਹੀ ਵਪਾਰਾਂ ਦੀ ਮਦਦ ਕਰਦੇ ਨੇ, ਲੋੜ ਪੈਣ 'ਤੇ ਲੋਨਸ ਦਿੰਦੇ ਨੇ, ਤੇ ਪੇਮੈਂਟਾਂ ਪਹੁੰਚਾਉਣ ਦੇ ਵਿੱਚ ਮਦਦ ਕਰਦੇ ਨੇ। ਪੇਮੈਂਟ ਲੈਣੀ, ਪੇਮੈਂਟ ਦੇਣੀ, ਇਹ ਸਾਰਾ ਵਪਾਰ ਜਿਹੜਾ ਹੈ ਬੈਂਕਾਂ ਦੇ ਸਹਾਰੇ ਹੀ ਚੱਲਦਾ ਹੈ। ਤਾਂ ਬੈਂਕਿੰਗ ਵੀ ਇੱਕ ਬਹੁਤ ਵੱਡਾ ਯਾਨੀ ਵਿੱਤੀ ਸਮੱਸਿਆਵਾਂ ਦੇ ਹੱਲ ਲਈ ਬੈਂਕਾਂ ਦੀ ਲੋੜ ਪੈਂਦੀ ਹੈ। ਹੁਣ ਤੁਹਾਨੂੰ ਵੀ ਪਤਾ ਹੈ ਅੱਗੇ ਨੈਕਸਟ ਤੀਜਾ ਧੰਦਾ ਕਿਹੜਾ ਹੈ, ਤੀਜਾ ਕੰਮ ਕਿਹੜਾ ਹੈ? ਦੈਟ ਇਜ਼ ਵੇਅਰ ਹਾਊਸਿੰਗ। ਵੱਡੇ ਵੱਡੇ ਵੇਖੋ ਮਾਲ ਬਣਾ ਕੇ ਗੋਡਾਊਨਾਂ ਦੇ ਵਿੱਚ ਰੱਖੇ ਜਾਂਦੇ ਹਨ। ਗੋਡਾਊਨ ਜਿਹੜੇ ਨੇ ਇਹਨਾਂ ਨੂੰ ਮਾਲ ਨੂੰ ਸਟੋਰ ਰੱਖਦੇ ਹਨ, ਭੰਡਾਰ ਘਰ ਉਹਨਾਂ ਨੂੰ ਕਹਿੰਦੇ ਹਾਂ। ਕਣਕ, ਝੋਨਾ, ਇਹ ਸਾਰੀਆਂ ਚੀਜ਼ਾਂ ਦੀ ਜਦੋਂ ਪੈਦਾਵਾਰ ਹੁੰਦੀ ਹੈ ਤਾਂ ਇਹਨਾਂ ਨੂੰ ਵੀ ਸੰਭਾਲ ਕੇ, ਕਿਉਂਕਿ ਉਸੇ ਵੇਲੇ ਹਰੇਕ ਚੀਜ਼ ਯੂਜ਼ ਨਹੀਂ ਕੀਤੀ ਜਾ ਸਕਦੀ। ਵੇਖੋ ਹੁਣ ਅੱਗੇ ਸਰਦੀਆਂ ਆ ਰਹੀਆਂ ਹਨ, ਤਾਂ ਸਰਦੀਆਂ ਦੇ ਵਿੱਚ ਜਿਹੜਾ ਆਪਾਂ ਕੱਪੜਾ ਪਾਉਣਾ ਹੈ ਉਹਨੂੰ ਫੈਕਟਰੀਆਂ ਵਾਲੇ ਹੁਣ ਹੀ ਬਣਾਉਣ ਲੱਗੇ ਹੋਣ, ਉਹ ਬਣਾ ਕੇ ਗਡਾਊਨਾਂ ਦੇ ਵਿੱਚ ਰੱਖਦੇ ਹਨ, ਵੇਅਰ ਹਾਊਸ ਦੇ ਵਿੱਚ ਰੱਖਦੇ ਹਨ, ਤਾਂ ਕਿ ਜਦੋਂ ਉਹਨਾਂ ਨੇ ਵੇਚਣਾ ਹੈ ਉਸ ਵੇਲੇ ਭੰਡਾਰ ਘਰਾਂ ਤੋਂ ਕੱਢ ਕੇ ਆਪਣੇ ਤੱਕ ਭੇਜਦੇ ਹਨ। ਤਾਂ ਭੰਡਾਰ ਘਰ ਵੀ ਇੱਕ ਬੜਾ ਵਧੀਆ ਹੀ ਧੰਦਾ ਹੈ। ਇਸੇ ਤਰ੍ਹਾਂ ਸਾਰੀ ਜਿਹੜੇ ਫਲ ਨੇ ਜਿਹੜੇ ਅੱਗੇ ਯੂਜ਼ ਹੋਣੇ ਹਨ, ਯਾਨੀ ਕੋਲਡ ਸਟੋਰਸ ਨੇ, ਯਾਨੀ ਇਹ ਕਈ ਧੰਦੇ ਐਸੇ ਹਨ ਜਿਹੜੇ ਕਿ ਹਰੇਕ ਧੰਦੇ ਦੀ ਮਦਦ ਕਰ ਰਹੇ ਹਨ। ਤਾਂ ਭੰਡਾਰ ਘਰ ਵੀ ਇੱਕ ਬਹੁਤ ਵਧੀਆ ਐਸਾ ਸਹਾਇਕ ਧੰਦਾ ਹੈ ਜੋ ਬਿਜ਼ਨਸ ਦੀ ਮਦਦ ਕਰ ਰਿਹਾ ਹੈ। ਵਿਗਿਆਪਨ, ਵੇਖੋ ਵਿਗਿਆਪਨ ਜਾਂ ਐਡਵਰਟਾਈਜ਼ਮੈਂਟ, ਅੱਜ ਆਪਾਂ ਜਿੰਨੀਆਂ ਵੀ ਚੀਜ਼ਾਂ ਦੀ ਖਰੀਦ ਕਰਦੇ ਹਾਂ ਉਸ ਬਹੁਤ ਸਾਰੀਆਂ ਉਹਨਾਂ ਵਿੱਚੋਂ ਚੀਜ਼ਾਂ ਨੇ ਜਿਨ੍ਹਾਂ ਦੇ ਆਪਾਂ ਵਿਗਿਆਪਨ ਵੇਖਦੇ ਹਾਂ। ਵਿਗਿਆਪਨ ਦੇ ਕਈ ਢੰਗ ਨੇ। ਵਿਗਿਆਪਨ ਟੀਵੀ 'ਤੇ ਵੀ ਹੁੰਦੇ ਹਨ, ਵਿਗਿਆਪਨ ਅੱਜ ਕੱਲ੍ਹ ਫੇਸਬੁੱਕ 'ਤੇ ਵੀ ਹੁੰਦੇ ਹਨ,
ਵਿਗਿਆਪਨ WhatsApp ਤੇ ਵੀ ਹੁੰਦੇ ਹਨ, ਵਿਗਿਆਪਨ ਰੇਡੀਓ ਤੇ ਵੀ ਹੁੰਦੇ ਹਨ, ਵਿਗਿਆਪਨ FM ਤੇ ਵੀ ਹੁੰਦੇ ਹਨ। ਐਡਵਰਟਾਈਜ਼ਮੈਂਟ ਯਾਨੀ ਮੈਸੇजेस ਦੇ ਰਾਹੀਂ ਵੀ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਹੈ। ਤਾਂ ਬਹੁਤ ਸਾਰੇ ਐਸੇ ਐਡਵਰਟਾਈਜ਼ਮੈਂਟ ਏਜੰਸੀਆਂ ਹਨ ਜਿਨ੍ਹਾਂ ਦੇ ਰਾਹੀਂ ਆਪਾਂ ਇਹਨਾਂ ਚੀਜ਼ਾਂ ਨੂੰ ਵੇਖਦੇ ਹਾਂ, ਜਿਹੜੀਆਂ ਕਿ ਐਡਵਰਟਾਈਜ਼ ਕਰਦੀਆਂ ਹਨ ਔਰ ਇਹ ਬਿਜ਼ਨਸਿਸ ਦੀ ਮਦਦ ਕਰਦੀਆਂ ਹਨ ਉਹਨਾਂ ਦੇ ਚੀਜ਼ਾਂ ਨੂੰ ਵੇਚਣ ਦੇ, ਕਿਉਂਕਿ ਇਹ ਜੋ ਕੰਜ਼ਿਊਮਰ ਨੇ, ਜਿਨ੍ਹਾਂ ਨੂੰ ਆਪਾਂ ਉਪਭੋਗਤਾ ਕਹਿੰਦੇ ਹਾਂ, ਜਿਹੜੇ ਲੋਕ ਨੇ ਜਿਹੜੇ ਕਿ ਚੀਜ਼ਾਂ ਨੂੰ ਵਰਤੋਂ 'ਚ ਲਿਆਉਂਦੇ ਨੇ, ਆਪਾਂ ਸਾਰੇ ਲੋਕ ਹਾਂ। ਆਪਾਂ ਬਹੁਤ ਸਾਰੀਆਂ ਚੀਜ਼ਾਂ ਦੀ ਐਡਵਰਟਾਈਜ਼ਮੈਂਟ ਦੇਖਦੇ ਹਾਂ। ਜਦੋਂ ਐਡਵਰਟਾਈਜ਼ਮੈਂਟ ਵੇਖਦੇ ਹਾਂ ਤਾਂ ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਖਰੀਦਣ ਦੀ ਉਤਸੁਕਤਾ ਪੈਦਾ ਹੁੰਦੀ ਹੈ, ਆਪਾਂ ਉਹਨਾਂ ਨੂੰ ਖਰੀਦਣ ਵਾਸਤੇ ਤਿਆਰ ਹੁੰਦੇ ਹਾਂ। ਤਾਂ ਵਿਗਿਆਪਨ ਇੱਕ ਐਸਾ ਧੰਦਾ ਹੈ ਜਾਂ ਬਿਜ਼ਨਸ ਹੈ ਜਾਂ ਸਹਾਇਕ ਹੈ ਜਿਹੜਾ ਕਿ ਬਿਜ਼ਨਸਿਸ ਨੂੰ ਚਲਾਉਣ ਦੇ ਵਿੱਚ ਮਦਦ ਕਰਦਾ ਹੈ। ਬੀਮਾ ਵੇਖੋ, ਜਦੋਂ ਚੀਜ਼ਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਇਆ ਜਾਂਦਾ ਹੈ ਤਾਂ ਰਸਤੇ ਵਿੱਚ ਕੋਈ ਨੁਕਸਾਨ ਨਾ ਹੋਵੇ, ਇਸ ਲਈ ਅੱਗ ਲੱਗ ਸਕਦੀ ਹੈ, ਚੋਰੀ ਹੋ ਸਕਦੀ ਹੈ। ਇਸੇ ਤਰ੍ਹਾਂ ਭੰਡਾਰ ਘਰਾਂ ਦੇ ਵਿੱਚ ਸਮਾਨ ਜਦੋਂ ਪਿਆ ਹੈ ਤਾਂ ਉਹਦੇ ਵਿੱਚ ਵੀ ਨੁਕਸਾਨ ਹੋ ਸਕਦਾ ਹੈ, ਜਾਂ ਫੈਕਟਰੀਆਂ ਦੇ ਵਿੱਚ ਮਾਲ ਬਣ ਰਿਹਾ ਹੈ, ਕੱਚੇ ਮਾਲ ਨੂੰ ਵੀ ਨੁਕਸਾਨ ਹੋ ਸਕਦਾ ਹੈ। ਤਾਂ ਇਹਨਾਂ ਸਾਰੇ ਜੋਖਮਾਂ ਤੋਂ ਬਚਣ ਲਈ ਇਹ ਸਾਰੇ ਵਪਾਰ ਜਾਂ ਵਪਾਰੀ ਜਾਂ ਦੁਕਾਨਾਂ ਵਾਲੇ ਵੀ ਆਪਣੀਆਂ ਦੁਕਾਨਾਂ ਦਾ ਬੀਮਾ ਵੀ ਕਰਵਾਉਂਦੇ ਹਨ ਜਿੱਥੇ ਮਾਲ ਪਿਆ ਹੁੰਦਾ ਹੈ। ਤਾਂ ਬੀਮਾ ਕੰਪਨੀਆਂ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣਾ ਸਹਿਯੋਗ ਕਰਦੀਆਂ ਹਨ ਤੇ ਵਪਾਰ ਨੂੰ ਵਧਾਉਣ ਵਿੱਚ ਸਹਾਇਕ ਹਨ। ਹੁਣ ਕਮਿਊਨੀਕੇਸ਼ਨ ਵੇਖੋ ਤੁਸੀਂ, ਕਮਿਊਨੀਕੇਸ਼ਨ ਜਾਂ ਕਹਿ ਲਓ ਕਮਿਊਨੀਕੇਸ਼ਨ ਕਿਹਨਾਂ ਚੀਜ਼ਾਂ ਨਾਲ ਹੀ ਹੁੰਦਾ ਬੇਟੇ? ਕਮਿਊਨੀਕੇਸ਼ਨ ਅੱਜ ਕੱਲ੍ਹ ਮੋਬਾਈਲਾਂ ਦੇ ਰਾਹੀਂ ਹੁੰਦਾ ਹੈ। ਮੋਬਾਈਲ, ਟੈਲੀਫੋਨ, ਇੰਟਰਨੈਟ, ਇਹ ਸਾਰੀਆਂ ਚੀਜ਼ਾਂ ਸੰਚਾਰ ਜਿਹੜਾ ਹੈ ਇਹ ਬਿਜ਼ਨਸਿਸ ਨੂੰ ਵਧਾਉਣ ਦੇ ਵਿੱਚ, ਮਾਲ ਦੇ ਸੈਂਪਲ ਵਿਖਾਉਣ ਦੇ ਵਿੱਚ ਅੱਜ ਕੱਲ੍ਹ ਵੇਖੋ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ ਜਿਹੜੇ WhatsApp ਤੇ ਚੀਜ਼ਾਂ ਦੇ ਸੈਂਪਲ ਭੇਜਦੇ ਹਨ, ਯਾਨੀ ਪਿਕਸ, ਉਹਨਾਂ ਦੀਆਂ ਫੋਟੋਜ਼ ਆ ਜਾਂਦੀਆਂ ਹਨ, ਉਹਨਾਂ ਨੂੰ ਵੇਖ ਕੇ ਲੋਕ ਖਰੀਦਦਾਰੀ ਕਰਦੇ ਹਨ। ਤਾਂ ਕਮਿਊਨੀਕੇਸ਼ਨ ਜਿਹੜਾ ਹੈ ਉਹ ਵਪਾਰ ਜਾਂ ਚੀਜ਼ਾਂ ਦੀ ਵੇਚ ਖਰੀਦ ਦੇ ਵਿੱਚ ਇੱਕ ਬੜਾ ਵੱਡਾ ਰੋਲ ਅਦਾ ਕਰਦੇ ਹਨ। ਤਾਂ ਬੇਟੇ ਇਹ ਸੀਗਾ ਤੁਹਾਡਾ ਮੇਨ ਚੈਪਟਰ ਜਿਹੜਾ ਹੈ, ਜਿਹੜਾ ਕਿ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ। ਵਪਾਰ ਤੇ ਵਣਜ ਦੇ ਵਿੱਚ ਕੀ ਫਰਕ ਹੈ? ਵਪਾਰ ਤੇ ਵਣਜ ਬੇਟੇ, ਉਦਯੋਗਾਂ ਦੇ ਵਿੱਚ ਚੀਜ਼ਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਜਿਹਨੂੰ ਆਪਾਂ ਇੰਡਸਟਰੀ ਕਹਿੰਦੇ ਹਾਂ, ਔਰ ਵਪਾਰ ਤੇ ਵਣਜ ਯਾਨੀ ਟ੍ਰੇਡ ਤੇ ਕਾਮਰਸ, ਵਪਾਰ ਤੇ ਵਪਾਰ ਦੇ ਸਹਾਇਕ ਜਦੋਂ ਮਿਲਾ ਲੈਂਦੇ ਹਾਂ ਤਾਂ ਕਮਰਸ ਬਣ ਜਾਂਦੀ ਹੈ। ਜਿਹੜੇ ਇਕੱਲੇ ਚੀਜ਼ਾਂ ਦੀ ਵੇਚ ਖਰੀਦ ਕਰਦੇ ਹਨ, ਦੁਕਾਨਦਾਰ ਹਨ, ਉਹ ਆਪਾਂ ਉਹਨਾਂ ਨੂੰ ਵਪਾਰੀ ਕਹਿੰਦੇ ਹਾਂ, ਟ੍ਰੇਡਰ ਕਹਿੰਦੇ ਹਾਂ। ਔਰ ਕਾਮਰਸ, ਜਦੋਂ ਇਹ ਸਾਰੀਆਂ ਚੀਜ਼ਾਂ ਵਪਾਰ ਤੇ ਵਪਾਰ ਦੇ ਸਹਾਇਕ ਮਿਲ ਜਾਂਦੇ ਹਨ ਤਾਂ ਉਹ ਇੱਕ ਕਾਮਰਸ ਇੰਡਸਟਰੀ ਬਣ ਜਾਂਦੀ ਹੈ। ਔਰ ਇਹ ਸਾਰੇ ਵਪਾਰ ਅਤੇ ਵਪਾਰ ਦੇ ਸਹਾਇਕ ਉਦਯੋਗਾਂ ਦੇ ਵਿੱਚ ਬਣੀਆਂ ਹੋਈਆਂ ਚੀਜ਼ਾਂ ਨੂੰ ਉਪਭੋਗਤਾਵਾਂ ਤੱਕ ਉਤਪਾਦਕਾਂ ਦੁਆਰਾ ਬਣਾਏ ਗਏ ਮਾਲ ਨੂੰ ਪਹੁੰਚਾਉਣ ਦੇ ਵਿੱਚ ਮਦਦ ਕਰਦੀਆਂ ਹਨ। ਤਾਂ ਤੁਸੀਂ ਬੇਟੇ ਇੱਕ ਡਿਫਰੈਂਸ ਵੀ ਕਰ ਲੈਣਾ ਹੈ, ਵਪਾਰ ਕੀ ਹੈ, ਵਣਜ ਕੀ ਹੈ ਔਰ ਉਦਯੋਗ ਕੀ ਹੈ, ਇਹ ਵੀ ਤੁਹਾਡੀ ਬੁੱਕ ਦੇ ਵਿੱਚ ਦਿੱਤਾ ਗਿਆ ਹੈ। ਤਾਂ ਹੁਣ ਇਸ ਚੈਪਟਰ ਨੂੰ ਬੜੀ ਹੀ ਚੰਗੀ ਤਰ੍ਹਾਂ, ਬੜੇ ਹੀ ਧਿਆਨ ਨਾਲ ਤੁਸੀਂ ਪੜ੍ਹਨਾ ਹੈ। ਕੋਈ ਵੀ ਪ੍ਰੋਬਲਮ ਆਵੇ ਤਾਂ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ। ਉਮੀਦ ਕਰਦਾ ਹਾਂ ਬੜੀ ਹੀ ਧਿਆਨ ਨਾਲ ਅਤੇ ਸਮਝਦਾਰੀ ਨਾਲ ਇਸ ਨੂੰ ਪੜ੍ਹੋਗੇ ਅਤੇ ਕੰਮ ਕਰੋਗੇ। ਧੰਨਵਾਦ।